हाँ जी विद्यार्थियों सारिਆਂ ਨੂੰ सत श्री अकाल। स्वागत है ਤੁਹਾਡਾ ਸਾਰਿਆਂ ਦਾ ਜੀ ਪੰਜਾਬੀ ਸਾਹਿਤ ਦੀ ਜਮਾਤ ਵਿੱਚ, ਜਿਹਦੇ ਵਿੱਚ ਆਪਾਂ ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚ ਆਧੁਨਿਕ ਪੰਜਾਬੀ ਕਵਿਤਾ ਸਾਹਿਤ ਪੜ੍ਹ ਰਹੇ ਹਾਂ। ਤੇ ਉਸ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਆਪਾਂ ਪਹਿਲਾ ਕਵੀ ਹੈ ਜਿਹੜਾ ਸਾਡਾ ਉਹ ਪੜ੍ਹ ਚੁੱਕੇ ਹਾਂ, ਭਾਈ ਵੀਰ ਸਿੰਘ ਜੀ। ਅਗਲਾ ਕਵੀ ਤੁਹਾਨੂੰ ਪਤਾ ਹੀ ਹੈ ਜੋ ਤੁਹਾਡੇ ਸਾਹਮਣੇ ਹੈ, ਪ੍ਰੋਫੈਸਰ ਪੂਰਨ ਸਿੰਘ। ਪ੍ਰੋਫੈਸਰ ਪੂਰਨ ਸਿੰਘ ਹੈ ਜਿਹੜਾ ਇਹ ਆਪਣੀ 10ਵੀਂ ਦੀ ਜਮਾਤ ਦੇ ਵਿੱਚ ਵੀ ਦੇ ਰੱਖਿਆ ਹੈ, ਤੁਹਾਨੂੰ ਪਤਾ ਹੋਵੇਗਾ ਹੈ ਨਾ। 10ਵੀਂ ਵਾਲੀ ਜਮਾਤ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਦਾ ਵਾਰਤਕ ਦੇ ਵਿੱਚ ਇੱਕ ਨਿਬੰਧ ਦੇ ਰੱਖਿਆ, ਕਿਰਤ ਨਿਬੰਧ। ਉਹ ਤੁਸੀਂ ਜ਼ਰੂਰ ਪੜ੍ਹਨਾ ਹੈ, ਕਿਰਤ ਨਿਬੰਧ। ਤੇ ਉਸ ਤੋਂ ਅੱਗੇ ਇੱਕ ਪੇਜ 'ਤੇ 10ਵੀਂ ਵਾਲੀ ਜਮਾਤ ਦੀ ਪੁਸਤਕ ਹੈ ਜਿਹੜੀ ਉਹ ਆਪਣੀ ਆ ਰਹੀ, ਸਾਹਿਤ ਸੁਗੰਧੀਆਂ। ਇਹਦੇ ਵਿੱਚ ਹਾਂਜੀ 78 ਨੰਬਰ ਪੇਜ 'ਤੇ ਨਿਬੰਧ ਵਾਲੇ ਦੇ ਵਿੱਚ 78 ਨੰਬਰ ਪੇਜ 'ਤੇ ਕਿਰਤ ਨਿਬੰਧ ਦੇ ਰੱਖਿਆ ਪ੍ਰੋਫੈਸਰ ਪੂਰਨ ਸਿੰਘ ਦਾ, ਜਿਹੜਾ ਤੁਸੀਂ ਪੜ੍ਹਨਾ ਹੈ। ਕਿਰਤ ਦੇ ਬਾਰੇ ਗੱਲ ਕੀਤੀ ਹੈ, ਕਿਰਤ ਕਮਾਈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਰਨੀ। ਹਾਂ, ਲਿਖਿਆ ਹੋਇਆ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਬਾਰੇ ਥੋੜ੍ਹੀ ਬਹੁਤੀ ਗੱਲ ਲਿਖੀ ਹੋਈ ਹੈ ਜੀਵਨ ਬਾਰੇ, ਇਹ ਤੁਸੀਂ ਜ਼ਰੂਰ ਪੜ੍ਹਨੀ ਹੈ ਜੀ। ਸੈਲਾਨੀ ਛੰਦ, ਸਭ ਤੋਂ ਪਹਿਲਾਂ ਖੁੱਲ੍ਹੀ ਕਵਿਤਾ, ਛੰਦ ਮੁਕਤ ਕਵਿਤਾ ਲਿਖਣ ਦੀ ਪਿਰਤ ਪਾਈ ਹੈ ਜੀ। ਪੰਜਾਬੀ ਕਾਵ ਜਗਤ ਵਿੱਚ ਅਲਬੇਲੇ ਕਵੀ ਵਜੋਂ ਜਾਣਿਆ ਜਾਂਦਾ। ਇਹ ਗੱਲਾਂ ਸੇਮ ਹੀ ਲਿਖਤੀਆਂ ਉੱਧਰ ਵੀ, ਠੀਕ ਹੈ ਜੀ। ਹਾਂਜੀ, ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਕਾਵ ਜਗਤ ਵਿੱਚ ਅਲਬੇਲਾ ਕਵੀ। ਅਲਬੇਲਾ ਸੱਜਣ ਆਏ ਉਰੇ। ਅਲਬੇਲਾ ਸੁਭਾਅ ਦੇ ਵਜੋਂ ਮਸਤ ਮਲੰਗ ਜਿਹੜਾ ਬੰਦਾ ਹੋਵੇ, ਸੁਭਾਅ ਜੀ ਦਾ ਮਸਤ ਮਲੰਗ ਹੋਵੇ, ਇਸ ਨੂੰ ਕਿਹਾ ਜਾਂਦਾ ਅਲਬੇਲਾ। ਸੋ ਮਸਤ ਮਲੰਗ ਕਵੀ ਹੈ, ਪੰਜਾਬੀ ਸਾਹਿਤ ਦਾ ਅਲਬੇਲਾ ਕਵੀ ਹੈ। ਪਹਿਲੀ ਵਾਰੀ ਛੰਦ ਮੁਕਤ ਖੁੱਲ੍ਹੀ ਕਵਿਤਾ ਲਿਖਣ ਦੀ ਪਿਰਤ ਪਾਈ ਹੈ ਜੀ ਇਸ ਬੰਦੇ ਨੇ। ਛੰਦਾਬੰਦੀ ਦੇ ਨਿਯਮਾਂ ਤੋਂ ਰਹਿਤ ਕਵਿਤਾ ਲਿਖਣ ਵਾਲਾ ਕੌਣ ਹੈ? ਪ੍ਰੋਫੈਸਰ ਪੂਰਨ ਸਿੰਘ, ਜਿਸ ਨੂੰ ਸੈਲਾਨੀ ਛੰਦ ਵੀ ਕਿਹਾ ਜਾਂਦਾ ਹੈ। ਪੰਜਾਬੀ ਕਵਿਤਾ ਵਿੱਚ ਵੱਡਾ ਪਰਿਵਰਤਨ ਲਿਆਂਦਾ। ਇਸ ਪੱਖੋਂ ਜਿਹੜੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ 'ਤੇ ਅਮਰੀਕਨ ਕਵੀ ਵਾਲਟ ਵਿਟਮੈਨ ਦਾ ਪ੍ਰਭਾਵ ਮੰਨਿਆ ਜਾਂਦਾ ਹੈ। ਵਾਲਟ ਵਿਟਮੈਨ ਨੇ ਵੀ ਅੰਗਰੇਜ਼ੀ ਦੇ ਵਿੱਚ ਛੰਦਾਬੰਦੀ ਦੇ ਨਿਯਮ ਜਿਹੜੇ ਉਸ ਨੂੰ ਤਿਆਗਿਆ ਸੀ, ਅਤੇ ਪ੍ਰੋਫੈਸਰ ਪੂਰਨ ਸਿੰਘ ਨੇ ਵੀ। ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਝਲਕ ਨਜ਼ਰ ਆਉਂਦੀ ਹੈ। ਸਧਾਰਨ ਗੱਲਾਂ ਲਿਖੀਆਂ। ਜਨਮ 17 ਜਨਵਰੀ 1821 ਪਿੰਡ ਸਲਹੱਡ, ਜ਼ਿਲ੍ਹਾ ਐਬਟਾਬਾਦ, ਪਾਕਿਸਤਾਨ। ਮੁੱਢਲੀ ਵਿੱਦਿਆ ਰਾਵਲਪਿੰਡੀ ਤੋਂ ਹਾਸਲ ਕੀਤੀ। MSc ਸਾਇੰਸ ਵਾਲੀ ਪੜ੍ਹਾਈ ਜਿਹੜੀ ਉਚੇਰੀ ਕਰਨ ਵਾਸਤੇ ਜਾਪਾਨ ਚਲੇ ਗਏ। ਜਾਪਾਨ ਵਿੱਚ ਬੁੱਧ ਧਰਮ ਦਾ ਪ੍ਰਭਾਵ ਕਬੂਲਿਆ। ਸਵਾਮੀ ਰਾਮ ਤੀਰਥ ਦੇ ਪ੍ਰਭਾਵ ਅਧੀਨ ਵਿਦਾਂਤੀ ਬਣ ਗਿਆ। ਇਹ ਬੁੱਧ ਧਰਮ ਅਪਣਾ ਲਿਆ ਸੀ। ਅਤੇ ਭਾਰਤ ਵਿੱਚ ਆ ਕੇ, ਪੰਜਾਬ ਵਿੱਚ ਆ ਕੇ ਭਾਈ ਵੀਰ ਸਿੰਘ ਜੀ ਦੀ ਪ੍ਰੇਰਨਾ ਸਦਕਾ ਸਿੰਘ ਸੱਜ ਗਿਆ ਦੁਬਾਰੇ। ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ, ਹਿੰਦੀ ਦੇ ਵਿੱਚ ਵੀ ਕਲਮ ਅਜਮਾਈ ਹੈ। ਜਿਹੜੇ ਤੁਹਾਡੇ 'ਚ ਬਹੁਤ ਸਾਰੇ ਜਿਨ੍ਹਾਂ ਨੇ ਹਿੰਦੀ ਦੇ ਵਿੱਚ MA ਵਗੈਰਾ ਕੀਤੀ ਹੋਵੇ ਜਾਂ ਹਿੰਦੀ ਦੇ ਵਿੱਚ ਕੁਛ ਪੜ੍ਹਿਆ ਹੋਵੇ, ਉਹਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਦਾ ਨਾਮ ਆਉਂਦਾ ਹੀ ਆਉਂਦਾ। 31 ਮਾਰਚ 1931 ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਦੇਹਾਂਤ ਹੋ ਗਿਆ। ਖੁੱਲ੍ਹੇ ਕੁੰਡ, ਖੁੱਲ੍ਹੇ ਰੰਗ ਅਸਮਾਨੀ, ਖੁੱਲ੍ਹੇ ਮੈਦਾਨ, ਇਹ ਜਿਹੜੀਆਂ ਕਾਵ ਪੁਸਤਕਾਂ ਹਨ। ਇੱਕ ਰਹਿ ਗਈ ਜਿਹੜੀ ਹੈਗੀ ਆ ਖੁੱਲ੍ਹੇ ਲੇਖ, ਉਹ ਵਾਰਤਕ ਪੁਸਤਕ ਹੈ। ਕਾਵ ਪੁਸਤਕ ਨਹੀਂ ਹੈ, ਉਹ ਵਾਰਤਕ ਹੈ। ਖੁੱਲ੍ਹੇ ਲੇਖ ਜਿਹਦੇ ਵਿੱਚ ਲੇਖ ਲਿਖੇ ਗਏ ਹੈ, ਲੇਖ, ਨਿਬੰਧ, ਇਹ ਸਾਰੇ ਇਹਨਾਂ ਦਾ ਸੰਬੰਧ ਵਾਰਤਕ ਦੇ ਨਾਲ ਹੁੰਦਾ। ਉਸ ਜਿਹੜੀ ਹੈਗੀ ਹੈ ਜਿਹੜੀ ਕਿਤਾਬ ਹੈ ਖੁੱਲ੍ਹੇ ਲੇਖ, ਉਹਦੇ ਨਾਂ ਤੋਂ ਹੀ ਪਤਾ ਲੱਗੀ ਜਾਂਦਾ ਵੀ ਇਹ ਇੱਕ ਵਾਰਤਕ ਪੁਸਤਕ ਹੈ। ਰੋਮਾਂਟਿਕ ਰੰਗ ਪੂਰਬਲੇ ਕਵੀਆਂ ਨਾਲੋਂ ਨਿਖੇੜਦਾ ਹੈ। ਰੋਮਾਂਟਿਕ ਰੰਗ ਜਿਹੜੀ ਕਿਤਾਬ ਲਈ ਫਿਰਦੇ ਹਾਂ ਆਪਾਂ, 12ਵੀਂ ਵਾਲੀ ਹੈ ਕਿ ਇੱਕੋ ਜਿਹਾ ਹੀ ਮੈਟਰ ਦਿੱਤਾ ਹੈ ਨਾ? ਹਾਂ 12ਵੀਂ ਵਾਲੀ ਹੈ, ਠੀਕ ਹੈ ਜੀ। ਆ ਜਾਓ, ਹੁਣ ਆਪਾਂ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੇ ਮਜ਼ਦੂਰ। ਦੇਖੋ ਜੀ, ਮਜ਼ਦੂਰ ਸ਼ਬਦ ਹੈ ਬੇਟਾ ਜੀ ਜਿਹੜਾ ਲਿਖਿਆ ਹੋਇਆ, ਇਹ ਮਜ਼ਦੂਰ ਸ਼ਬਦ ਤੋਂ ਬਣਿਆ ਹੋਇਆ ਹੈ। ਮਜ਼ਦੂਰ ਇੱਕ ਕਹਾਵਤ ਤੁਸੀਂ ਸੁਣਦੇ ਆ, ਕਰ ਮਜ਼ਦੂਰੀ ਤੇ ਖਾ ਚੂਰੀ। ਐਵੇਂ ਨਹੀਂ ਲਿਖਿਆ ਹੁੰਦਾ ਵੀ ਕਰ ਮਜ਼ਦੂਰੀ ਤੇ ਖਾ ਚੂਰੀ, ਐਵੇਂ ਨਹੀਂ। ਮਜ਼ਦੂਰੀ ਲਿਖਿਆ ਹੁੰਦਾ। ਮਜ਼ਦੂਰ ਦਿਹਾੜੀਦਾਰ, ਮਤਲਬ ਕੀ ਹੈ? ਦਿਹਾੜੀਦਾਰ ਹੁੰਦੇ ਜਿਸ ਨੂੰ ਦਿਹਾੜੀ ਕਰਨ ਵਾਲਾ, ਉਸ ਨੂੰ ਆਪਾਂ ਕਹਿ ਦਿੰਦੇ ਹਾਂ ਮਜ਼ਦੂਰ। ਇਹ ਹੈ ਜਿਹੜਾ, ਇਹ ਜੀ ਫਾਰਸੀ ਦੇ ਇਹ ਸ਼ਬਦ ਹੈ ਜਿਹੜਾ ਇਹ ਸਾਡਾ। ਇੱਕ ਮਿੰਟ, ਹੋਏ ਪਿਆਰਾ ਜਿਹਾ ਰੰਗ ਲੈਣ ਦਿਓ ਇੱਕ ਵਾਰੀ ਤਾਂ ਮੈਨੂੰ। हाँ,
फारसी का शब्द है एक मजदूर, फारसी का शब्द मजदूर शब्द तो बनया होया है। शब्द मजूर, मजूरी करने वाला, मजदूर, मजदूरी, इन्हां शब्दों तो ही अगे मजूर ते मजूरी शब्द बने। ये पंजाबी दे शब्द है, मजूर ते मजूरी, ते पर मजदूर ते मजदूरी ये फारसी दे शब्द है। लो भी बेटा, सब तो पहला तो मैं पढ़दा इसनूं कविता नूं। हुण तुसीं देख लिओ आ जिहड़ी लिखी हुई कविता, इहदे विच बेटा जी छंद कोई नहीं हैगा। भाई वीर सिंह जी दीयां कवितावां पढ़ियां, उन्हां दे विच छंदां दा पता लगदा सी भी किहड़े-किहड़े छंद दी वरतों कीती। इत्थे कोई छंद नहीं। ओए मजूर चंगे लगदे, निक्के निक्के ख्याल इन्हां दे, उन्हां विच ढलियां इन्हां दियां जिंदगियां, सादे सादे चेहरे बेनकाब जहे, ना छुपदे ना छुपांदे कुछ अपना, नंगे नंगे दिल इन्हां दे, भोले भाले लोक ते आलियां भोलियां गल्लां, इन्हां दी गरीबी निक्की, इन्हां दा संतोख वड्डा, ये ठंडे पानी वांग मेरे जी नूं ठारदे। अगे कविता दे अर्थ कुछ लिखे, विचों ख्याल का मतलब विचार। बेनकाब का मतलब होंदा है पर्दा रहत, एक होंदी है नकाब मतलब पर्दे दे विच चीज़, नकाब दे विच एक बेनकाब बिना पर्दे तो। ठार दे मतलब तृप्त कर दे, ठारना। पंजाब दे मजूरां की गल कीती है इस कविता विच कवि ने। अगर मान लो कुछ भी कह दे भी सादे सादे चेहरे बेनकाब जहे, ना छुपदे ना छुपांदे कुछ अपना। प्रोफैसर पूਰਨ सिंह ने किन्हां बारे कहा है जी? मजूरां बारे। उत्थे ऑप्शन ही एवें दे पा दिंदा हुंदा है भी मजूरां बारे क्या है, किसानां बारे क्या है, जां कवियां बारे क्या है, फिर उत्थे आपां नूं पता नहीं लगदा। ध्यान रखियो, कविता नूं वधिया ध्यान नाल वारी वारी पढ़ोगे याद हो जूगी, क्लीयर हो जूगी। पंजाब दे मजूरां दी गल कीती है, पंजाब दे मजूरां दीयां खासियतां दसियां, उन्हां दीयां उपमावां दसियां अड्ड अड्ड। देखो किवें मैनू मजदूर कहंदा जी चंगे लगदे है, इन्हां दे ख्याल निक्के निक्के है, निक्के निक्के ख्याल है इन्हां दे, ख्याल ज़्यादा वड्डे नहीं गे। उन्हां विच ढलियां इन्हां दीयां जिंदगियां, बस उसे ख्याल दे विच ही इन्हां दी जिंदगी दा दायरा वज्झा होया। सादे सादे चेहरे बेनकाब जहे, इन्हां मजूरां दे पंजाब दे मजूरां दे, कित्थों दे मजदूर है? पंजाब दे आ, भारत दे नहीं गे, पाकिस्तान दे नहीं गे, इंग्लैंड दे नहीं, जर्मनी दे नहीं, पंजाब दे मजूरां दी गल कीती है प्रोफैसर पूਰਨ सिंह ने। इन्हां दे सादे सादे चेहरे बेनकाब जहे, कोई नकाब नहीं इन्हां दे चेहरे ते। मतलब की है भी कोई दोगलापन नहीं, सिर्फ साफ स्पष्ट जो दिल दे विच है वही सामने है। ना छुपदे ना छुपांदे कुछ अपना, नंगे नंगे दिल इन्हां दे, भोले भाले लोक ते आलियां भोलियां गल्लां। ये मेरे जो पंजाब दे लोक हैं ये भोले भाले है, इन्हां दियां गल्लां भोलियां ने, इन्हां दी गरीबी निक्की, इन्हां दा संतोख वड्डा। इन्हां दे सबर दे, संतोख सबर हुंदा है, मतलब कि है भी कई बारी थोड़ी चीज़ दे विच संतुष्टि कर लैनी। वो काम कौन करदा? कवि कहंदा साडे पंजाब दे मजूर जिहड़े ने वो की करदे आ, उन्हां दी जिहड़ी गरीबी है वो बहुत तुच्छ है, बहुत छोटी लगदी है उन्हां दे सबर दे अगे। ये ठंडे पानी वांग मेरे जी नूं ठारदे। होर नहीं तो इन्ना ही पुछ ले, इन्हां दी गरीबी निक्की, इन्हां दा संतोख वड्डा। इस पंक्ति दे विच कवि ने संतोख वड्डा किस दा दस्या है? गरीबी निक्की किहदी दसी है जी? पंजाब दे मजूरां दी। ध्यान रखियो, प्रश्न जिहड़े जिहड़े बनदे उवें उवें बना लिओ। हल वाहुण वालियां दी गल कीती है अगे। हल वाहुण वाले कौन हुंदे? किसान हुंदे है। सो अगला जिहड़ा कविता दा सरलेख आ वो हैगे हल वाहुण वाले, हल चलाउण वाले खेतां दे विच किसान हुंदे आ। हाँ जी। ओए मैं पढ़न पढ़ाण सारा छड्डिया। देखो कविता शुरू करन दा तरीका ही वेख लो, कवि बड़ा सिरे दा। ओए विस्मिक संबोधनी विस्मिक दे नाल प्रोफैसर पूਰਨ सिंह जिहड़ा संबोधन करदा ओए शब्द दे नाल बड़े प्यारे तरीके नाल। पंजाब दे मजूर पहली कविता। दूसरी कविता हैगी हल वाहुण वाले। ओए मैं पढ़न पढ़ान सारा छड्डिया, दिल मेरा आण वाहियां विच खुप्पिया। हुण तुसीं देखो प्रोफैसर पूਰਨ सिंह और रोमांसवादी कवि किवें है, खुल किन्नी भालदा। वो कहंदा भी मैं पढ़ाई तो दूर रवां। प्रोफैसर पूਰਨ सिंह कहंदा रोमांसवादी कवि पैलियां मेरियां किताबां होईयां। ध्यान रखियो, प्रोफैसर पूਰਨ सिंह दीयां किताबां की बन गईयां? पैलियां।
ਜ਼ਮੀਨਾਂ ਜਿਹੜੀਆਂ ਕਹਿੰਦਾ ਪੈਲੀਆਂ ਜਿਹੜੀਆਂ ਜਿੱਥੇ ਹਲ ਚਲਾਉਣਾ, ਜਿੱਥੇ ਪਲਾਊ ਚਲਾਉਣਾ, ਉੱਥੇ ਕੀ ਹੈ ਕਹਿੰਦਾ ਮੇਰੀਆਂ ਪੈਲੀਆਂ। ਕਿਤਾਬਾਂ ਮੇਰੀਆਂ ਪੈਲੀਆਂ ਬਣ ਗਈਆਂ ਹੁਣ। ਜੱਟ ਬੂਟ ਮੇਰੇ ਯਾਰ ਵੋ, ਤੇ ਜਿਹੜੇ ਜੱਟ ਸੀ ਉਹ ਮੇਰੇ ਯਾਰ। ਲੱਸੀ ਦਾ ਛੰਨਾ ਦਿੰਦੇ, ਬਾਜਰੇ ਦੀ ਰੋਟੀ, ਮੱਖਣ ਦੀ ਪਿੰਨੀ ਦਿੰਦੇ, ਦੁੱਧ ਦੀਆਂ ਕਟੋਰੀਆਂ। ਸੋ ਇਹ ਹੈ ਜਿਹੜਾ ਇਹ ਖਾਣ ਪੀਣ ਵਾਲੇ ਭੋਜਨਾਂ ਦੀ ਗੱਲ ਕੀਤੀ ਹੈ ਕਵੀ ਪ੍ਰੋਫੈਸਰ ਪੂਰਨ ਸਿੰਘ ਨੇ। ਖੇਤਾਂ ਦੇ ਵਿੱਚ ਜਦੋਂ ਕੋਈ ਚਾਹ ਰੋਟੀ ਜਾਂਦੀ ਹੈ ਤੇ ਉਦੋਂ ਬੇਟਾ ਜੀ ਆਹ ਚੀਜ਼ਾਂ ਹੀ ਜਾਂਦੀਆਂ। ਲੱਸੀ ਜਾਂਦੀ ਹੈ, ਰੋਟੀ ਜਾਂਦੀ ਹੈ ਬਾਜਰੇ ਦੀ, ਮੱਖਣ ਦੀ ਪਿੰਨੀ ਚੱਲ ਜਾਂਦੀ ਹੈ, ਮੱਖਣੀ ਹੈ ਨਾ, ਦੁੱਧ ਦੀਆਂ ਕਟੋਰੀਆਂ, ਸਾਗ ਦਿੰਦੇ, ਦਾਣੇ ਦਿੰਦੇ ਭੁੰਨੇ। ਆ ਕੌਣ ਦਿੰਦੇ ਆ? ਕਿਸਾਨ ਦਿੰਦੇ ਆ, ਹਲ ਵਾਹੁਣ ਵਾਲੇ। ਸਾਗ ਕੌਣ ਬੀਜਦਾ? ਕਿਸਾਨ ਬੀਜਦਾ ਸਰੋਂ। ਦਾਣੇ ਦਿੰਦੇ ਭੁੰਨੇ, ਮੱਕੀ ਜਵਾਰ ਤੇ ਛੋਲਿਆਂ। ਕਿਹੜੇ ਕਿਹਦੇ ਦਾਣੇ? ਮੱਕੀ ਜਵਾਰ ਤੇ ਛੋਲਿਆਂ ਦੇ ਦਾਣੇ। ਇੱਕ ਮੱਕੀ ਦੀ ਫਸਲ ਦੀ ਗੱਲ ਕੀਤੀ ਹੈ, ਇੱਕ ਜਵਾਰ ਦੀ ਤੇ ਇੱਕ ਛੋਲਿਆਂ, 3 ਨਾਮ ਲਏ ਹੈ। ਹਾਂਜੀ, ਪਾਣੀ ਠੰਡਾ ਖੂਹਾਂ ਦਾ ਦਿੰਦੇ, ਖੁਸ਼ੀ ਦਿੰਦੇ ਪੀਣ ਨੂੰ ਜੀਣ ਨੂੰ। ਟਿੱਬੇ ਢੇਰ ਸਾਰੇ ਢਾਹ ਮੈਦਾਨ ਕਰਨ। ਸਾਰੇ ਜਿੰਨੇ ਵੀ ਟਿੱਬੇ ਆ ਉਸ ਨੂੰ ਢਾਹ ਕੇ ਹਲ ਵਾਹੁਣ ਵਾਲੇ ਆ ਜਿਹੜੇ ਉਸ ਨੂੰ ਮੈਦਾਨ ਕਰ ਦਿੰਦੇ ਆ। ਤੁਸੀਂ ਦੇਖਿਆ ਆਪਣੇ ਆਲੇ ਦੁਆਲੇ ਆ ਗੰਗਾ ਨਗਰ ਆ ਜਿਹੜਾ ਕਿਸੇ ਸਮੇਂ ਟਿੱਬਿਆਂ ਦੇ ਨਾਲ ਭਰਿਆ ਹੁੰਦਾ ਸੀਗਾ। ਤੇ ਆ ਪੰਜਾਬ ਦੇ ਕਿਸਾਨ ਆਏ ਨਾ ਇੱਥੇ ਕਿਰਸ ਕਰਨ। ਜਦੋਂ ਪੰਜਾਬ ਦੇ ਕਿਸਾਨ, ਬਹੁਤ ਸਾਰੇ ਪੰਜਾਬ ਦੇ ਲੋਕ ਵਸੇ ਹੋਏ ਆ। ਅਸੀਂ ਆਪ ਖੁਦ ਪੰਜਾਬ 'ਚੋਂ ਚੱਲ ਕੇ ਆਏ ਹਾਂ ਰਾਜਸਥਾਨ। ਜਦੋਂ ਪੰਜਾਬ ਸੰਕਟ ਚੱਲਦਾ ਸੀ ਨਾ ਤੇ ਉਦੋਂ ਬਹੁਤ ਸਾਰੇ ਲੋਕ ਉੱਠ ਕੇ ਇੱਥੇ ਆਏ। ਕੁਝ ਕੁ 1947 ਵੇਲੇ ਆ ਗਏ, ਕੁਝ ਕੁ 1984 ਵੇਲੇ ਆ ਗਏ, ਹੈ ਨਾ 1984। ਉਸ ਤੋਂ ਬਾਅਦ ਕੁਝ ਕੁ ਜਦੋਂ ਮਤਲਬ ਕਿ ਸੰਕਟ ਦੀ ਸਥਿਤੀ 'ਚੋਂ ਪੰਜਾਬ ਜਦੋਂ ਗੁਜ਼ਰਿਆ, ਉਦੋਂ ਬਹੁਤ ਸਾਰੇ ਲੋਕਾਂ ਨੇ ਰਾਜਸਥਾਨ ਵੱਲ ਨੂੰ ਪਲਾਇਨ ਕੀਤਾ। ਤਾਂ ਉਦੋਂ ਕੀ ਹੋਇਆ ਵੀ ਉਧਰ ਟਿੱਬੇ ਸਾਰੇ ਕਰਤੇ ਕਿ ਨਹੀਂ ਸੈੱਟ। ਵੇਖ ਲਓ ਕਿੱਥੇ ਫਸਲ ਹਰ ਜਿਹੜੀ ਹੈ ਹੁਣ ਵੇਖ ਲਓ ਟਿੱਬੇ ਬਹੁਤ ਥੋੜ੍ਹੇ ਰਹਿ ਗਏ। ਤੁਸੀਂ ਨਿਗਾਹ ਮਾਰਦੇ ਹੋ ਕਦੇ? ਮੈਂ ਤਾਂ ਛੋਟਾ ਹੁੰਦਾ ਦੇਖਦਾ ਆਇਆ ਵੀ ਪਹਿਲਾਂ ਟਿੱਬੇ ਬੜੇ ਹੁੰਦੇ ਸੀ ਮੇਰੇ ਪਿੰਡਾਂ ਤੇ ਹੁਣ ਰਹਿ ਹੀ ਨਹੀਂ ਗਏ, ਨਾ ਮਾਤਰ ਹੀ ਰਹਿ ਗਿਆ। ਇਹ ਲੋਕੀ ਹਨ ਮੇਰੇ ਰੱਬ ਦੀਆਂ ਪੈਲੀਆਂ। ਲਓ ਜੀ, ਆ ਜਿਹੜਾ ਪ੍ਰਸ਼ਨ ਆਇਆ ਸੀਗਾ ਵੀ ਰੱਬ ਦੀਆਂ ਪੈਲੀਆਂ ਕਿਹਨੂੰ ਕਿਹਾ ਆ? ਵੀ ਕਿਸਾਨਾਂ ਨੂੰ ਕਿਹਾ ਹੈ ਕਿ ਮਜ਼ਦੂਰਾਂ ਨੂੰ ਕਿਹਾ ਹੈ ਕਿ ਹਲ ਵਾਹੁਣ ਵਾਲਿਆਂ ਨੂੰ ਕਿਹਾ ਹੈ? ਇਸ ਤਰ੍ਹਾਂ ਕਰਕੇ ਪ੍ਰਸ਼ਨ ਆਇਆ ਸੀ। ਤੁਸੀਂ ਦੇਖ ਲਿਓ ਪਿਛਲੇ ਪੇਪਰ ਦੇ ਵਿੱਚ, ਰੱਬ ਦੀਆਂ ਪੈਲੀਆਂ ਕਿਹਨੂੰ ਕਿਹਾ? ਬੀਜ ਬੀਜਣ ਇਹ ਹਲ ਚਲਾਉਣ। ਐਵੇਂ ਹੀ ਬਸ ਤੁਸੀਂ ਧਿਆਨ ਰੱਖਣਾ ਵੀ ਇਹਦੇ ਵਿੱਚ ਫਸਲਾਂ ਦੇ ਨਾਂ ਕਿਹੜੇ ਲਏ ਆ। ਮੱਕੀ ਜਵਾਰ ਤੇ ਛੋਲਿਆਂ ਦੇ ਲਏ ਆ। ਸਾਗ ਦਾ ਤਾਂ ਚਲੋ ਠੀਕ ਆ, ਕੋਈ ਨਹੀਂ। ਆਹ ਵੇਖੋ ਲੱਸੀ, ਬਾਜਰਾ, ਮੱਖਣ, ਦੁੱਧ ਤੇ ਕਿਤਾਬਾਂ ਜਿਹੜੀਆਂ ਉਹ ਕੀ ਆ? ਮੇਰੀਆਂ ਪੈਲੀਆਂ ਜਿਹੜੀਆਂ ਉਹ ਪੈਲੀਆਂ ਕੀ ਆ? ਕਿਤਾਬਾਂ। ਉਹ ਪੈਲੀਆਂ ਦੀ ਉਪਮਾ ਕਿਤਾਬਾਂ ਦੇ ਨਾਲ ਕੀਤੀ ਹੈ ਨਾ। ਹਾਂ, ਇਹ ਲੋਕੀ ਹਨ ਮੇਰੇ ਰੱਬ ਦੀਆਂ ਪੈਲੀਆਂ। ਬੀਜ ਬੀਜਣ ਇਹ ਹਲ ਚਲਾਣ। ਘਾਲਾਂ ਘਾਲਣ ਪੂਰੀਆਂ। ਘਾਲਾਂ ਘਾਲਣੀਆਂ ਮਤਲਬ ਹੁੰਦੀਆਂ ਮਸ਼ੱਕਤ ਕਰਨੀ, ਮਿਹਨਤ ਕਰਨੀ। ਘਾਲਣੀ। ਖਾਣ ਥੋੜ੍ਹਾ, ਪਹਿਨਣ ਮੋਟਾ ਸੋਟਾ। ਜਿਵੇਂ ਤਾਂ ਹੈ ਨਾ ਵੀ ਪਹਿਨ ਲੈਂਦੇ ਆ, ਜਿਵੇਂ ਦੇ ਬਸਤਰ ਹੋਣ ਵਿਚਾਰੇ ਉਵੇਂ ਦੇ ਹੀ ਪਹਿਨ ਲੈਂਦੇ ਆ। ਹਲ ਵਾਹੁਣ ਵਾਲੇ ਕਿਸਾਨ ਨੇ, ਥੋੜ੍ਹਾ ਖਾਂਦੇ ਨੇ। ਵੇਖਣ ਮੁੜ ਵੱਲ ਬੱਦਲਾਂ। ਕਿਸਾਨ ਦੀ ਨਿਗਾਹ ਹਮੇਸ਼ਾ, ਹਲ ਵਾਹੁਣ ਵਾਲੇ ਦੀ ਨਿਗਾਹ, ਹਾਲੀ ਦੀ ਨਿਗਾਹ ਕਿੱਥੇ ਹੁੰਦੀ ਹੈ? ਹਾਲੀ ਜਿਹੜਾ ਹਲ ਵਾਹੁਣ ਵਾਲਾ ਉਹਦੀ ਨਿਗਾਹ ਹਮੇਸ਼ਾ ਬੱਦਲਾਂ 'ਤੇ ਹੁੰਦੀ ਹੈ ਨਾ। ਅੱਗੇ ਦੇਖਿਓ ਤੁਸੀਂ ਧਨੀ ਰਾਮ ਚਾਤਰਕ ਦੀ ਜਦੋਂ ਪੜ੍ਹਾਂਗੇ ਆਪਾਂ ਕਵਿਤਾ ਇੱਕ, ਅਤੇ ਉਹਦੇ ਵਿੱਚ ਬੜਾ ਸ਼ਾਨਦਾਰ ਦਿੱਤਾ ਹੋਇਆ ਹੈ ਨਾ, ਪੜ੍ਹਾਂਗੇ। ਇਹ ਹਨ ਜੱਗ ਦੇ ਭੰਡਾਰੀ। ਜੱਗ ਦੇ ਭੰਡਾਰੀ ਕੌਣ? ਰੱਬ ਦੀਆਂ ਪੈਲੀਆਂ ਕੌਣ? ਹਲ ਵਾਹੁਣ ਵਾਲੇ ਕਿਸਾਨ ਨੇ ਜਿਹੜੇ, ਹਾਲੀ ਹੈ। ਰਾਜੇ ਹੱਥ ਅੱਡ ਅੱਡ ਮੰਗਦੇ ਇੱਥੋਂ ਰੋਟੀਆਂ। ਗੱਲ ਸਹੀ ਹੈ ਕਿ ਨਹੀਂ? ਵੱਡੇ ਵੱਡੇ ਰਾਜੇ ਇਹਨਾਂ ਕਿਸਾਨਾਂ ਕੋਲੋਂ, ਹਲ ਵਾਹੁਣ ਵਾਲਿਆਂ ਕੋਲੋਂ ਰੋਟੀ ਅੱਡ ਅੱਡ ਕੇ ਰੋਟੀ ਕੀ ਹੈ ਕਿ ਹੱਥ ਅੱਡ ਅੱਡ ਕੇ ਹੱਥ ਅੱਗੇ ਕਰਕੇ ਮੰਗਦੇ। ਸਹੀ ਗੱਲ ਹੈ, ਬਿਲਕੁਲ। ਲਓ ਜੀ, ਇਹ ਪਹਿਲੀ ਸੀਗੀ ਪੰਜਾਬ ਦੇ ਮਜ਼ਦੂਰ। ਅਗਲੀ ਕਵਿਤਾ ਸੀ ਹਲ ਵਾਹੁਣ ਵਾਲੇ। ਹੁਣ ਅਗਲੀ ਕਵਿਤਾ ਹੈ ਪੰਜਾਬ ਦੇ ਦਰਿਆ। ਦੇਖੋ, ਘਾਲਾਂ ਘਾਲਣੀਆਂ ਮਤਲਬ ਮਿਹਨਤ ਕਰਨੀ। ਮੋਟਾ ਸੋਟਾ ਨੂੰ ਕਿਹਾ ਜਾਂਦਾ ਕੱਦਰ ਦਾ ਨਹੀਂ, ਖੱਦਰ ਦਾ ਕੱਪੜਾ। ਉਸ ਨੂੰ ਕਿਹਾ ਜਾਂਦਾ ਮੋਟਾ ਸੋਟਾ, ਖੱਦਰ ਦਾ ਕੱਪੜਾ ਪਾਉਣਾ ਜ਼ਿਆਦਾਤਰ। ਪੰਜਾਬ ਦੇ ਦਰਿਆਵਾਂ ਦੀ ਗੱਲ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਣਾ ਵੀ ਕਿਹੜੇ ਦਰਿਆਵਾਂ ਦੇ ਨਾਂ ਲਏ ਆ, ਪਹਿਲਾ ਪ੍ਰਸ਼ਨ। ਦੂਸਰਾ ਪ੍ਰਸ਼ਨ, ਉਹਨਾਂ ਦਰਿਆਵਾਂ ਦਾ ਸੀਕਵੈਂਸ ਧਿਆਨ ਦੇ ਵਿੱਚ ਰੱਖਿਓ, ਕ੍ਰਮ। ਲਓ ਫਿਰ ਮੈਂ ਪਹਿਲਾਂ ਕਵਿਤਾ ਪੜ੍ਹਦਾ। ਰਾਵੀ ਸੋਹਣੀ ਪਈ ਵਗਦੀ, ਮੈਨੂੰ ਸਤਲੁਜ ਪਿਆਰਾ ਹੈ। ਮੈਨੂੰ ਬਿਆਸ ਪਈ ਖਿੱਚਦੀ, ਮੈਨੂੰ ਚਨਾਹ ਵਾਜਾਂ ਮਾਰਦੀ। ਮੈਨੂੰ ਜਿਹਲਮ ਪਿਆਰ ਦਾ, ਅਟਕਾਂ ਦੀਆਂ ਲਹਿਰਾਂ ਦੀ ਠਾਠ ਮੇਰੇ ਬੂਹੇ 'ਤੇ ਵੱਜਦੀ। ਖਾੜ ਚੱਲਣ ਵਿੱਚ ਮੇਰੇ ਸੁਪਨਿਆਂ ਪੰਜਾਬ ਦੇ ਦਰਿਆ। ਪਿਆਰ ਅੱਗ ਇਹਨਾਂ ਨੂੰ ਲੱਗੀ ਹੋਈ, ਪਿਆਰਾ ਜਪ ਸਾਹਿਬ ਗਾਉਂਦੇ। ਠੰਡੇ ਤੇ ਠਾਰਦੇ ਪਿਆਰ ਦੇ
ਖਾੜ ਖਾੜ ਦਾ ਮਤਲਬ ਹੁੰਦਾ ਸ਼ੋਰ ਮਚਾਉਣਾ, ਠਾਠ ਦਾ ਮਤਲਬ ਹੁੰਦਾ ਮੌਜ। ਜਪ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਜਪਜੀ ਸਾਹਿਬ ਉਹਦਾ ਨਾਮ ਆਇਆ। ਲਓ ਜੀ, ਪੰਜਾਬ ਦੇ ਦਰਿਆ ਦੀ ਗੱਲ ਕੀਤੀ ਹੈ ਕਵੀ ਨੇ, ਬੜੀ ਸ਼ਾਨਦਾਰ ਤਰੀਕੇ ਨਾਲ ਉਪਮਾ ਕੀਤੀ ਹੈ। ਸਭ ਤੋਂ ਪਹਿਲਾਂ ਰਾਵੀ ਦਰਿਆ ਦਾ ਨਾਮ ਲਿਆ। ਰਾਵੀ ਸੋਹਣੀ ਪਈ ਵਗਦੀ, ਕਹਿੰਦਾ ਰਾਵੀ ਹੈ ਜਿਹੜੀ ਉਹ ਬੜੀ ਪਿਆਰੀ ਲੱਗਦੀ ਹੈ ਵਗਦੀ। ਮੈਨੂੰ ਸਤਲੁਜ ਪਿਆਰਾ ਹੈ, ਮੈਨੂੰ ਸਤਲੁਜ ਦਰਿਆ ਬੜਾ ਪਿਆਰਾ ਲੱਗਦਾ ਹੈ। ਮੈਨੂੰ ਬਿਆਸ ਪਈ ਖਿੱਚਦੀ, ਮੈਨੂੰ ਬਿਆਸ ਨਦੀ ਹੈ ਜਿਹੜੀ ਆਪਣੇ ਵੱਲ ਖਿੱਚਦੀ ਹੈ। ਧਿਆਨ ਰੱਖਿਓ ਵੀ ਕਿਹੜੇ ਦਰਿਆ ਨੂੰ ਕਹਿੰਦਾ ਹੈ ਵੀ ਕਵੀ ਨੂੰ, ਪ੍ਰੋਫੈਸਰ ਪੂਰਨ ਸਿੰਘ ਨੂੰ ਕਿਹੜਾ ਦਰਿਆ ਆਪਣੇ ਵੱਲ ਖਿੱਚਦਾ? ਉਹ ਹੈਗਾ ਜੀ ਬਿਆਸ। ਮੈਨੂੰ ਝਨਾ ਆਵਾਜ਼ਾਂ ਮਾਰਦੀ, ਕਿਹੜਾ ਦਰਿਆ ਆਵਾਜ਼ਾਂ ਮਾਰਦਾ ਹੈ? ਕਿਹੜਾ ਦਰਿਆ ਮਾਰਦਾ? ਰਾਵੀ ਮਾਰਦਾ, ਸਤਲੁਜ ਮਾਰਦਾ, ਬਿਆਸ ਮਾਰਦਾ ਕਿ ਝਨਾ? ਉਹ ਜੀ ਝਨਾ ਦਰਿਆ ਆਵਾਜ਼ਾਂ ਮਾਰਦਾ। ਧਿਆਨ ਰੱਖਿਓ, ਐਵੇਂ ਦਾ ਪ੍ਰਸ਼ਨ ਜਦੋਂ ਬਣਾ ਕੇ ਉਹਨੇ ਅੱਗੇ ਕੀਤਾ ਨਾ ਤੁਹਾਡੇ, ਤੇ ਫਿਰ ਤੁਸੀਂ ਅੱਖਾਂ ਤੁਹਾਡੀਆਂ ਡੇਲੇ ਪੁੱਠੇ ਹੋ ਜਾਣੇ। ਹਾਂ, ਮੈਨੂੰ ਜੇਲਮ ਪਿਆਰ ਦਾ, ਤਾਂ ਚਲੋ ਇੱਕੋ ਜਿਹੀ ਗੱਲ ਹੋ ਗਈ ਵੀ ਸਤਲੁਜ ਵੀ ਪਿਆਰਾ ਲੱਗਦਾ ਹੈ ਅਤੇ ਜੇਲਮ ਪਿਆਰ ਦਿੰਦਾ ਹੈ। ਸਤਲੁਜ ਪਿਆਰਾ ਲੱਗਦਾ ਹੈ ਅਤੇ ਜੇਲਮ ਪਿਆਰ ਦਾ ਮਤਲਬ ਹੁੰਦਾ ਪਿਆਰ ਦੇਣਾ। ਜੇਲਮ ਮੈਨੂੰ ਪਿਆਰ ਦਿੰਦਾ ਹੈ ਅਤੇ ਸਤਲੁਜ ਮੈਨੂੰ ਪਿਆਰਾ ਲੱਗਦਾ ਹੈ। ਪਿਆਰਾ ਲੱਗਣਾ ਅਤੇ ਪਿਆਰ ਦੇਣਾ ਦੋਨਾਂ 'ਚ ਫਰਕ ਹੈ। ਅਟਕਾਂ ਦੀਆਂ ਲਹਿਰਾਂ ਦੀ ਠਾਠ ਮੇਰੇ ਬੂਹੇ 'ਤੇ ਵੱਜਦੀ। ਹੁਣ ਅਟਕ ਦਰਿਆ ਹੈ ਜਿਹੜਾ, ਇਹਨਾਂ ਦੀ ਠਾਠ ਮੇਰੇ ਬੂਹੇ 'ਤੇ ਕਿਉਂ ਵੱਜਦੀ ਹੈ? ਕਹਿੰਦਾ ਇਹਨਾਂ ਦੀ ਇਸ ਜਿਹੜੀ ਲਹਿਰਾਂ ਦੀ ਠਾਠ, ਲਹਿਰਾਂ ਜਿਹੜੀਆਂ ਜਦੋਂ ਇੱਕਦਮ ਕਹਿੰਦਾ ਵਗਦੀ ਆ, ਅਟਕ ਦਰਿਆ ਜਿਹੜਾ, ਅਟਕ ਦਰਿਆ ਦੀ ਜਿਹੜੀ ਠਾਠ, ਜਿਹੜੀ ਅਟਕ ਦਰਿਆ ਦੀ ਲਹਿਰ ਹੈ, ਉਹ ਮੇਰੇ ਬੂਹੇ 'ਤੇ ਵੱਜਦੀ ਹੈ। ਕਿਉਂਕਿ ਮੇਰਾ ਜਿਹੜਾ ਬੂਹਾ ਹੈ ਉਹ ਸੀਮਾ 'ਤੇ ਹੈ। ਮੇਰਾ ਘਰ ਜਿਹੜਾ, ਅਤੇ ਅਟਕ ਦਰਿਆ ਹੈ ਜਿਹੜਾ, ਉਹ ਸੀਮਾ 'ਤੇ ਵਗਦਾ ਹੈ ਭਾਰਤ ਪਾਕਿਸਤਾਨ ਦੀ। ਖਾੜ ਖਾੜ ਚੱਲਣ ਵਿੱਚ ਮੇਰੇ ਸੁਪਨਿਆਂ ਦੇ ਵਿੱਚ ਖਾੜ ਮਤਲਬ ਖੜਕਾ, ਪਾਣੀ ਦੀ ਆਵਾਜ਼ ਕਰਦੇ ਹੋਏ ਚੱਲਦੇ ਨੇ ਪੰਜਾਬ ਦੇ ਦਰਿਆ। ਕਿਹੜੇ ਕਿਹੜੇ? ਸਭ ਤੋਂ ਪਹਿਲਾਂ ਰਾਵੀ, ਸਤਲੁਜ, ਫਿਰ ਬਿਆਸ, ਫਿਰ ਝਨਾਬ, ਫਿਰ ਜੇਹਲਮ, ਫਿਰ ਅਟਕ। ਲਓ ਜੀ, ਨਾਮ ਕਿਹਦੇ ਲਏ ਆ? ਪਹਿਲੇ ਨੰਬਰ 'ਤੇ ਰਾਵੀ ਦਾ ਨਾਮ ਲਿਆ, ਫਿਰ ਦੂਜੇ ਨੰਬਰ 'ਤੇ ਸਤਲੁਜ ਦਾ ਨਾਮ, ਫਿਰ ਬਿਆਸ ਦਰਿਆ, ਫਿਰ ਆ ਗਿਆ ਝਨਾਬ ਜਿਹਨੂੰ ਕਹਿ ਦਿੰਦੇ ਆ, ਜੇਹਲਮ, ਫਿਰ 6 ਨੰਬਰ 'ਤੇ ਅਟਕ ਦਾ ਨਾਮ ਵੀ ਲਿਆ। 6 ਦਰਿਆਵਾਂ ਦਾ ਨਾਮ ਲਿਆ। 5 ਦਰਿਆ ਤੇ ਉੱਪਰ ਤੁਸੀਂ ਨਾਮ ਸੁਣੇ ਹੋਇਆ। ਇੱਕ ਹੋਰ ਨਾਮ ਲਿਆ ਪ੍ਰੋਫੈਸਰ ਪੂਰਨ ਸਿੰਘ ਨੇ, ਅਟਕ। 5 ਦਰਿਆਵਾਂ ਤੋਂ ਇਲਾਵਾ 6ਵਾਂ ਨਾਮ ਲਿਆ ਅਟਕ ਦਰਿਆ ਦਾ। ਠੀਕ ਹੈ ਵੀ, ਸੁਣ ਗਈ ਗੱਲ? ਤੁਹਾਨੂੰ ਸਮਝ ਲੱਗੀ ਨਾ? ਸੀਕੁਐਂਸ ਧਿਆਨ ਰੱਖਿਓ। ਰਾਵੀ, ਹੁਣ ਜੇ ਅਗਰ ਪੁੱਛ ਲਏ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ, ਪੰਜਾਬ ਦੇ ਦਰਿਆ ਦੇ ਨਾਵਾਂ ਦਾ ਕ੍ਰਮ ਨਿਰਧਾਰਿਤ ਕਰੋ। ਕ੍ਰਮ ਨਿਰਧਾਰਿਤ ਕਰ ਦਿਓ ਜੀ। ਪਹਿਲਾਂ ਰਾਵੀ, ਫਿਰ ਸਤਲੁਜ, ਫਿਰ ਬਿਆਸ, ਫਿਰ ਝਨਾਬ, ਫਿਰ ਜੇਹਲਮ। ਐਵੇਂ ਹੀ ਯਾਦ ਰੱਖ ਲਿਓ, ਰਾਵੀ, ਸਤਲੁਜ, ਬਿਆਸ, ਝਨਾਬ, ਜੇਹਲਮ, ਅਤੇ ਲਾਸਟ ਦੇ ਵਿੱਚ ਅਟਕ। ਤੁਹਾਨੂੰ ਯਾਦ ਰਹਿ ਜਾਣਾ, ਕੋਈ ਇਸ਼ੂ ਨਹੀਂ, ਲਾਸਟ ਦੇ ਵਿੱਚ ਹੀ ਹੈ। ਪੰਜਾਬ ਦੇ ਦਰਿਆ, ਪਿਆਰ ਅੱਗ ਇਹਨਾਂ ਨੂੰ ਲੱਗੀ ਹੋਈ, ਇਹਨਾਂ ਨੂੰ ਅੱਗ ਲੱਗੀ ਹੋਈ ਹੈ ਪਿਆਰ ਦੀ, ਪ੍ਰੇਮ ਦੀ ਅੱਗ ਲੱਗੀ ਹੋਈ ਹੈ। ਅੱਗੇ ਕੀ ਹੈ? ਪਿਆਰਾ ਜਪ ਸਾਹਿਬ ਗਾਉਂਦੇ, ਠੰਡੇ ਤੇ ਠਾਰਦੇ ਪਿਆਰ ਦੇ। ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜਿਹੜੀ ਜਪਜੀ ਸਾਹਿਬ, ਉਹ ਗਾਉਂਦੇ ਜਾ ਰਹੇ ਨੇ। ਉਹਨੂੰ ਐਵੇਂ ਲੱਗ ਰਿਹਾ ਜਦੋਂ ਉਹਦੀ ਆਵਾਜ਼ ਆਉਂਦੀ ਹੈ ਨਾ, ਖੜਖੜ ਦੀ ਆਵਾਜ਼ ਜਿਹੜੀ ਆਉਂਦੀ ਹੈ, ਪਾਣੀ ਦੇ ਚੱਲਣ ਦੀ ਆਵਾਜ਼, ਅਤੇ ਉਦੋਂ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਵੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਸਾਹਿਬ ਗਾਉਂਦੇ ਜਾ ਰਹੇ ਨੇ। ਅੱਗੇ ਠੰਡੇ ਤੇ ਠਾਰਦੇ, ਆਪ ਵੀ ਠੰਡੇ ਅਤੇ ਦੂਜਿਆਂ ਨੂੰ ਵੀ ਠਾਰਦੇ ਨੇ ਪਿਆਰ ਦੇ, ਉਹਨਾਂ ਨੂੰ ਪਿਆਰ ਦਿੰਦੇ ਆ। ਕਿਵੇਂ ਹੈ ਕਿ ਨਹੀਂ ਗੱਲਬਾਤ? ਬੜੀ ਗੱਲਬਾਤ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਦੇ ਵਿੱਚ। ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ 12ਵੀਂ ਦੀ ਜਮਾਤ ਵਿੱਚ 3 ਕਵਿਤਾਵਾਂ ਦੇ ਰੱਖੀਆਂ। ਇੱਕ ਹੈਗੀ ਆ ਪੰਜਾਬ ਦੇ ਮਜ਼ਦੂਰ, ਇੱਕ ਹੈਗੀ ਆ ਹਲ ਵਾਹੁਣ ਵਾਲੇ, ਅਤੇ ਇੱਕ ਹੈਗੀ ਆ ਪੰਜਾਬ ਦੇ ਦਰਿਆ। ਇਸ ਵਾਰ ਪ੍ਰਸ਼ਨ ਆਉਣ ਦੀ ਸੰਭਾਵਨਾ ਪੰਜਾਬ ਦੇ ਦਰਿਆਵਾਂ ਦੇ ਵਿੱਚੋਂ ਆ। ਜਿਹੜੇ ਪ੍ਰਸ਼ਨ ਮੈਂ ਤੁਹਾਨੂੰ ਦੱਸੇ ਆ ਵੀ ਰਾਵੀ ਹੈ ਜਿਹੜੀ ਉਹ ਸੋਹਣੀ ਪਈ ਵਗਦੀ ਹੈ, ਵੀ ਉਹ ਸੋਹਣੀ ਲੱਗਦੀ ਹੈ ਵਗਦੀ ਹੋਈ ਰਾਵੀ। ਪਿਆਰਾ ਕਿਹੜਾ ਲੱਗਦਾ ਹੈ? ਸਤਲੁਜ। ਖਿੱਚਦਾ ਕਿਹੜਾ ਹੈ ਲੇਖਕ ਨੂੰ ਆਪਣੇ ਵੱਲ? ਬਿਆਸ। ਬਾਜਾਂ ਕਿਹੜਾ ਮਾਰਦਾ? ਝਨਾਬ। ਜੇਹਲਮ। ਪਿਆਰ ਕਿਹੜਾ ਦਿੰਦਾ ਹੈ? ਜੇਹਲਮ। ਅਤੇ ਕਿਹੜੇ ਦੀ ਜਿਹੜੀ ਲਹਿਰ ਆ ਉਹ ਬੂਹੇ 'ਤੇ ਵੱਜਦੀ ਹੈ ਲੇਖਕ ਦੇ, ਕਵੀ ਦੇ? ਅਟਕ। ਕਿਹੜੀ ਬਾਣੀ ਦਾ ਜਾਪ ਕਰਦੇ ਆ? ਤਾਂ ਸੌਖਾ ਹੀ ਪ੍ਰਸ਼ਨ ਸੀਗਾ, ਜਪ ਸਾਹਿਬ ਗਾਉਂਦੇ। ਅੱਗ ਕਿਹੜੀ ਲੱਗੀ ਹੋਈ ਹੈ ਜੀ ਇਹਨਾਂ ਨੂੰ? ਪਿਆਰ ਦੀ ਅੱਗ ਲੱਗੀ ਹੋਈ ਹੈ, ਵਿਛੋੜੇ ਦੀ ਅੱਗ ਨਹੀਂ ਲੱਗੀ, ਪਿਆਰ ਦੀ ਅੱਗ। ਪਿਆਰ ਅੱਗ ਇਹਨਾਂ ਨੂੰ ਲੱਗੀ ਹੋਈ। ਪ੍ਰਸ਼ਨ ਬਹੁਤ ਬਣਾਤੇ ਆ, ਤੁਹਾਨੂੰ ਯਾਦ ਰੱਖਣੀ ਇਹਨਾਂ ਸਾਰਿਆਂ ਦੀ ਗੱਲ। ਹਾਂ, ਇਹਦੇ ਵਿੱਚ ਤੁਹਾਨੂੰ ਪ੍ਰੋਫੈਸਰ ਪੂਰਨ ਸਿੰਘ, ਹਾਂ BA ਦੇ ਵਿੱਚ ਵੀ ਆਪਾਂ ਪੜ੍ਹਨਾ ਹੈ ਨਾ। ਲਓ ਜੀ, ਇਹ ਜਮਾਤ ਹੈ ਜਿਹੜੀ ਇਹ ਹੋ ਗਈ ਆਪਣੀ ਕਲੀਅਰ। ਅਤੇ ਇੱਕ ਆਪਾਂ ਹੋਰ, ਹਾਂ ਇੱਕ ਮਿੰਟ, ਹਾਂਜੀ ਠੀਕ ਹੈ, ਆਪਾਂ ਇਹਨੂੰ 2 ਹੀ ਜਮਾਤਾਂ ਦੇ ਵਿੱਚ ਇਹਨੂੰ ਆਪਾਂ ਸਲਟਾ ਦਾਂਗੇ। ਤੁਸੀਂ ਇਸ ਤਰ੍ਹਾਂ ਕਰਿਓ, ਇਹਨੂੰ ਆਪਾਂ, ਹਾਂਜੀ
ਆਪਾਂ ਨਾਲ ਦੀ ਨਾਲ ਹੀ ਨਾ ਇੱਕ ਚੀਜ਼ ਕਲੀਅਰ ਕਰ ਲਈਏ ਹੁਣੇ ਹੀ। ਇਹ ਜਿਹੜਾ ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਨਾ ਪ੍ਰੋਫੈਸਰ ਪੂਰਨ ਸਿੰਘ ਪੜ੍ਹ ਲਈਏ। ਆ ਜਾਓ ਪ੍ਰੋਫੈਸਰ ਪੂਰਨ ਸਿੰਘ ਜੀ ਬਾਰੇ ਇੱਥੇ ਪੜ੍ਹੀਏ, ਆਪਾਂ ਸਾਰਾ ਨਿਬੇੜੀਏ ਇਹਨੂੰ। ਬਾਕੀ ਜਿਹੜਾ BA ਵਾਲਾ ਰਹਿ ਜੂਗਾ ਪੋਰਸ਼ਨ ਅੱਡੋ ਕਰਵਾ ਦਾਂਗੇ ਤੁਹਾਨੂੰ। ਪ੍ਰੋਫੈਸਰ ਪੂਰਨ ਸਿੰਘ ਦੀ ਖੁੱਲੇ ਮੈਦਾਨ, ਖੁੱਲੇ ਘੁੰਡ ਤੇ ਖੁੱਲੇ ਰੰਗ ਅਸਮਾਨੀ 3 ਕਾਵਿ ਪੁਸਤਕਾਂ ਹੈ। ਖੁੱਲੇ ਲੇਖ ਹੈ ਜਿਹੜੀ ਉਹ ਵਾਰਤਕ ਪੁਸਤਕ ਹੈ। ਖੁੱਲੇ ਅਸਮਾਨੀ ਰੰਗ ਹੈ ਜਿਹੜੀ ਉਹ ਮੌਤ ਦੇ ਉਪਰੰਤ ਛਾਪੀ ਗਈ ਸੀਗੀ। ਇਹ ਜਿਹੜੀਆਂ ਇਹ ਪ੍ਰੋਫੈਸਰ ਪੂਰਨ ਸਿੰਘ ਜਦੋਂ ਜਿੰਦਾ ਸੀ ਉਦੋਂ ਹੀ ਛਾਪਤੀਆਂ ਸੀਗੀਆਂ। ਖੁੱਲੇ ਮੈਦਾਨ ਤੇ ਖੁੱਲੇ ਘੁੰਡ। ਮੌਤ ਉਪਰੰਤ ਕਿਹੜੀ ਛਾਪੀ ਗਈ ਹੈ ਜੀ? ਖੁੱਲੇ ਅਸਮਾਨੀ ਰੰਗ। ਅਲੱਗ ਗੱਲ ਹੈ, ਧਿਆਨ ਦੇ ਵਿੱਚ ਰੱਖਣੀ ਹੈ। ਰੂਸੀ ਲੇਖਕ ਟਾਲਸਟਾਏ ਦੀ ਰਚਨਾ ਕਿਹੜੀ ਸੀ? ਰਿਸਕਰੈਕਸ਼ਨ। ਇਹਦਾ ਮਤਲਬ ਹੁੰਦਾ ਪੁਨਰ ਜੀਵਨ। ਦਾ ਮੋਇਆ ਦੀ ਜਾਗ ਸਿਰਲੇਖ ਅਧੀਨ ਅਨੁਵਾਦ ਕੀਤਾ ਹੈ ਜੀ। ਰੂਸ ਦਾ ਲੇਖਕ ਸੀ ਲਿਓ ਟਾਲਸਟਾਏ। ਉਹਦੀ ਇੱਕ ਪ੍ਰਸਿੱਧ ਰਚਨਾ ਸੀ ਰਿਸਕਰੈਸ਼ਨ। ਉਹਦਾ ਨਾਮ ਉਹਦਾ ਹਿੰਦੀ ਦੇ ਵਿੱਚ ਆ ਪੁਨਰ ਜੀਵਨ। ਉਹਦਾ ਇਸ ਪ੍ਰੋਫੈਸਰ ਪੂਰਨ ਸਿੰਘ ਨੇ ਕੀ ਕੀਤਾ? ਉਸ ਟਾਲਸਟਾਏ ਦੀ ਰਚਨਾ ਦਾ ਅਨੁਵਾਦ ਕੀਤਾ ਸੀ, ਜਿਹਦਾ ਸਿਰਲੇਖ ਦਾ ਨਾਮ ਰੱਖਿਆ ਗਿਆ ਸੀ ਮੋਇਆ ਦੀ ਜਾਗ। ਪੁਨਰ ਜੀਵਨ ਦਾ ਪੰਜਾਬੀ ਦੇ ਵਿੱਚ ਮਤਲਬ ਹੀ ਬਣਦਾ ਮੋਇਆ ਦੀ ਜਾਗ। ਕਾਰਲਾਈਲ ਦੀ ਪ੍ਰਸਿੱਧ ਪੁਸਤਕ ਹੀਰੋ ਐਂਡ ਹੀਰੋ ਵਰਸ਼ਿਪ। ਕਾਰਲਾਈਲ ਇੱਕ ਲੇਖਕ ਸੀ, ਉਹਦੀ ਇੱਕ ਪ੍ਰਸਿੱਧ ਪੁਸਤਕ ਸੀ ਹੀਰੋ ਐਂਡ ਹੀਰੋ ਵਰਸ਼ਿਪ, ਅਤੇ ਉਹਦਾ ਵੀ ਅਨੁਵਾਦ ਕੀਤਾ ਪ੍ਰੋਫੈਸਰ ਪੂਰਨ ਸਿੰਘ ਨੇ। 2 ਅਨੁਵਾਦ ਕੀਤੇ ਅਤੇ ਉਹਦਾ ਸਿਰਲੇਖ ਕੀ ਰੱਖਿਆ ਸੀ? ਕਲਾਧਾਰੀ ਦੀ ਪੂਜਾ ਸਿਰਲੇਖ ਅਧੀਨ ਅਨੁਵਾਦ ਕੀਤਾ ਸੀ। ਕਿਹਦੀ ਪੁਸਤਕ? ਕਾਰਲਾਈਲ ਦੀ ਪੁਸਤਕ ਦਾ ਨਾਮ ਸੀ ਹੀਰੋ ਐਂਡ ਹੀਰੋ ਵਰਸ਼ਿਪ। ਪੰਜਾਬ ਦੇ ਗੱਭਰੂ ਮਟਿਆਰ, ਪੰਜਾਬ ਦੇ ਖੇਤ, ਫਸਲਾਂ, ਦਰਿਆ, ਪੰਜਾਬ ਦੇ ਕਾਮੇ ਕਾਰੀਗਰ, ਪੰਜਾਬ ਦਾ ਪ੍ਰਾਚੀਨ ਵਿਰਸਾ, ਸਿੱਖ ਇਤਿਹਾਸ ਦੀ ਗੱਲ ਕਰਨ ਵਾਲਾ ਕੌਣ ਹੈ? ਲੇਖਕ ਪ੍ਰੋਫੈਸਰ ਪੂਰਨ ਸਿੰਘ ਹੈ। ਇੰਨੀਆਂ ਗੱਲਾਂ ਕੀਤੀਆਂ ਪ੍ਰੋਫੈਸਰ ਪੂਰਨ ਸਿੰਘ ਨੇ। ਸਿਰਜਣਾਤਮਕ ਖੁੱਲ੍ਹ ਦਾ ਸ਼ਾਇਰ ਹੈ ਜੀ, ਬਿਲਕੁਲ ਖੁੱਲ੍ਹ ਦਾ ਸ਼ਾਇਰ ਹੈ ਪ੍ਰੋਫੈਸਰ ਪੂਰਨ ਸਿੰਘ। ਇੰਨਾ ਖੁੱਲ੍ਹ ਦਾ ਸ਼ਾਇਰ ਹੈ ਕਿ ਛੰਦ ਵੀ ਨਹੀਂ ਵਰਤਿਆ। ਅੱਗੇ ਦੇਖੋ, ਪਹਿਲਾ ਪੰਜਾਬੀ ਕਵੀ ਹੈ ਜਿਸ ਨੇ ਛੰਦਾਬੰਦੀ ਨੂੰ ਤਿਆਗਿਆ। ਬਿਲਕੁਲ ਸਹੀ ਹੈ। ਅਨੁਭਵ ਦੀ ਗਹਿਰਾਈ, ਵਲਵਲ ਦੀ ਤੀਖਣਤਾ, ਚਿੰਤਨ ਦੀ ਵਿਸ਼ਾਲਤਾ, ਭਾਵਾਂ ਦੀ ਰਵਾਨੀ, ਭਾਸ਼ਾ ਦੀ ਤੇਜ਼ ਤਾਜ਼ਗੀ ਅਤੇ ਪ੍ਰਬਲ ਰਿਦਮ ਹੁੰਦੀ ਹੈ ਚਾਲ। ਇੰਨੀ ਤੇਜ਼ ਚਾਲ ਨਾਲ, ਇੰਨੀ ਸ਼ਾਨਦਾਰ ਚਾਲ ਨਾਲ ਕਵਿਤਾ ਲਿਖਣੀ ਛੰਦਾਬੰਦੀ ਦੇ ਨਿਯਮਾਂ ਤੋਂ ਬਿਨਾਂ, ਕਿਉਂਕਿ ਵਧੀਆ ਜੇ ਚਾਲ ਬਣਦੇ ਆ ਉਹ ਛੰਦ ਹੀ ਬਣਦੇ ਹੁੰਦੇ ਆ ਕਵਿਤਾ ਦੇ ਵਿੱਚ। ਛੰਦਾਂ ਦੀ ਤਾਂ ਵਰਤੋਂ ਕੀਤੀ ਨਹੀਂ ਪ੍ਰੋਫੈਸਰ ਪੂਰਨ ਸਿੰਘ ਨੇ। ਤੋ ਛੰਦ ਕਿੰਨੇ ਸ਼ਾਨਦਾਰ ਛੰਦਾਂ ਤੋਂ ਬਿਨਾਂ ਵੀ ਕਵਿਤਾ ਲਿਖੀ ਹੈ। ਪੰਜਾਬੀ ਕਵਿਤਾ ਵਿੱਚ ਪੰਜਾਬ ਤੇ ਪੰਜਾਬੀਅਤ ਦੇ ਵਿਸ਼ੇ ਨੂੰ ਲਿਆਉਣ ਵਾਲਾ ਕੌਣ ਹੈ? ਉਹ ਹੈਗਾ ਜੀ ਪ੍ਰੋਫੈਸਰ ਪੂਰਨ ਸਿੰਘ। ਖੁੱਲੇ ਮੈਦਾਨ ਜਿਹੜੀ ਹੈਗੀ ਇਹਦੀ ਕਾਵਿ ਸੰਗ੍ਰਹਿ ਹੈ, ਉਹਦੇ ਵਿੱਚ ਇੱਕ ਲੰਮੀ ਬ੍ਰਿਤਾਂਤਕ ਰਚਨਾ ਪੂਰਨ ਨਾਥ ਜੋਗੀ ਰਚੀ ਹੈ। ਇਹ ਲੰਮੀ ਬ੍ਰਿਤਾਂਤਕ ਰਚਨਾ ਭਾਈ ਵੀਰ ਸਿੰਘ ਜੀ ਦੀਆਂ ਵੀ ਆਪਾਂ 2 ਲੰਮੀਆਂ ਬ੍ਰਿਤਾਂਤਕ ਰਚਨਾਵਾਂ ਦੀ ਗੱਲ ਕੀਤੀ ਸੀ। ਇੱਕ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਰਚੀ ਹੈ ਲੰਮੀ ਬ੍ਰਿਤਾਂਤਕ ਰਚਨਾ ਬ੍ਰਿਤਾਂਤ, ਜਿਹਨੂੰ ਹਿੰਦੀ ਦੇ ਵਿੱਚ ਵਰਤਾਂਤ ਕਹਿੰਦੇ ਆਪਾਂ, ਅਤੇ ਜਿਹਦਾ ਮਤਲਬ ਹੁੰਦਾ ਕਿਸੇ ਘਟਨਾ ਦਾ ਵਰਣਨ। ਉਹ ਹੈ ਜਿਹੜੀ ਰਚਨਾ, ਉਹਦਾ ਨਾਮ ਹੈ ਪੂਰਨ ਨਾਥ ਜੋਗੀ। ਪੂਰਨ ਤੁਹਾਨੂੰ ਪਤਾ ਹੀ ਹੈ ਵੀ ਸਿਆਲਕੋਟ ਦਾ ਰਾਜਾ ਸੀਗਾ, ਰਾਜਾ ਸਲਵਾਨ, ਅਤੇ ਉਹਦੇ ਮਤਲਬ ਕੀ ਹੈ ਵੀ ਉਹਦੇ ਘਰ ਵਾਲੀ ਸੀ ਜਿਹੜੀ ਇੱਛਰਾਂ। ਤੁਹਾਨੂੰ ਪਤਾ ਹੀ ਹੈ ਕਹਾਣੀ ਦਾ, ਹੁਣ ਮੈਂ ਇਹਦੇ ਵਿੱਚ ਕੀ ਵਾਰੀ ਤੁਹਾਨੂੰ ਦੱਸੀ ਜਾਵਾਂ। ਇਹ ਤੁਸੀਂ 9ਵੀਂ ਵਾਲੀ ਜਮਾਤ ਦੇ ਵਿੱਚ ਪੜ੍ਹ ਲਿਓ। ਪਰ ਪੂਰਨ ਭਗਤ ਦੀ ਜਿਹੜੀ ਕਹਾਣੀ ਦਿੱਤੀ ਹੋਈ ਹੈ ਉਹ ਹੈ ਜਿਹੜਾ ਇਹ ਮਤਲਬ ਕੀ ਹੈ ਲੂਣਾ ਜਿਹੜੀ ਹੁੰਦੀ ਹੈ ਇਹਦੀ ਮਤਰੇਈ ਮਾਂ ਹੁੰਦੀ ਹੈ ਨਾ, ਇਹਦੇ ਵਿੱਚ ਤੋਹਮਤ ਲਾ ਦਿੰਦੀ ਹੈ, ਦੋਸ਼ ਲਾ ਦਿੰਦੀ ਹੈ। ਪੂਰਨ ਨਾਥ ਜੋਗੀ। ਕਾਦਰ ਯਾਰ ਦਾ ਕਿੱਸਾ ਪੂਰਨ ਭਗਤ ਦੀ ਕਵਿਤਾ ਨੂੰ ਦੁਬਾਰਾ ਪੇਸ਼ ਕੀਤਾ ਕਿਸ ਨੇ? ਪ੍ਰੋਫੈਸਰ ਪੂਰਨ ਸਿੰਘ ਨੇ। ਖੁੱਲ੍ਹੀ ਕਵਿਤਾ ਦੇ ਵਿੱਚ ਲਿਖਿਆ, ਕਾਦਰ ਯਾਰ ਨੇ ਕਹਾਣੀ ਵਰਣਨ 'ਤੇ ਜ਼ੋਰ ਦਿੱਤਾ ਹੈ। ਕਾਦਰ ਯਾਰ ਨੇ ਤਾਂ ਕਹਾਣੀ ਦੇ ਵਰਣਨ 'ਤੇ ਜ਼ੋਰ ਦਿੱਤਾ। ਫਰਕ ਕੀ ਹੈ? ਪਰ ਪ੍ਰੋਫੈਸਰ ਪੂਰਨ ਸਿੰਘ ਨੇ ਪਾਤਰਾਂ ਦੀ ਮਨੋਵਿਗਿਆਨਿਕ ਉਸਾਰੀ ਦੇ ਉੱਪਰ ਜ਼ੋਰ ਦਿੱਤਾ ਹੈ। ਪਾਤਰਾਂ ਦੇ ਮਨੋਵਿਗਿਆਨਿਕ ਉਸਾਰੀ ਮਤਲਬ ਨਿਰਮਾਣ, ਉਹਨਾਂ ਦਾ ਮਨੋਵਿਗਿਆਨਿਕ ਤਰੀਕੇ ਨਾਲ ਨਿਰਮਾਣ ਕਰਨਾ ਪਾਤਰਾਂ ਦੇ ਚਰਿੱਤਰ ਦਾ, ਇਹ ਹੈ ਜਿਹੜਾ ਇਹ ਪ੍ਰੋਫੈਸਰ ਪੂਰਨ ਸਿੰਘ ਨੇ ਕੀਤਾ ਹੈ। ਪਰ ਕਾਦਰ ਯਾਰ ਨੇ ਸਿਰਫ ਘਟਨਾ ਦਾ ਵਰਣਨ ਕੀਤਾ ਹੈ। ਅੱਗੇ ਦੇਖੋ, ਕੁਦਰਤ ਦਾ ਕਵੀ ਹੈ ਜੀ ਕਿਰਪਾਲ ਸਿੰਘ ਕਸੇਲ ਨੇ ਇਸ ਨੂੰ ਪੰਜਾਬ ਦੇਸ਼ ਦਾ ਕਵੀ ਕਿਹਾ ਹੈ। ਪੰਜਾਬ ਦੇਸ਼ ਦਾ ਕਵੀ ਪ੍ਰੋਫੈਸਰ ਪੂਰਨ ਸਿੰਘ ਨੂੰ ਕਿਹਨੇ ਕਿਹਾ? ਇਹ ਕਿਹਾ ਜੀ ਕਿਰਪਾਲ ਸਿੰਘ ਕਸੇਲ। ਰੋਮਾਂਸਵਾਦੀ ਕਵੀ ਵੀ ਇਸੇ ਨੂੰ ਕਿਹਾ ਜਾਂਦਾ ਹੈ। ਅੱਗੇ ਦੇਖੋ, ਨੋਟ ਲਾ ਕੇ ਗੱਲ ਕੀਤੀ ਹੈ, ਬੜੀ ਸ਼ਾਨਦਾਰ ਗੱਲ ਹੈ, ਪ੍ਰਸ਼ਨ ਇੱਥੋਂ ਹੀ ਬਣੂਗਾ। ਭਾਈ ਵੀਰ ਸਿੰਘ ਜੀ ਦਾ ਰਹੱਸਵਾਦ ਗੁਰਮਤ ਤੋਂ ਪ੍ਰੇਰਿਤ ਹੈ। ਭਾਈ ਵੀਰ ਸਿੰਘ ਜੀ ਰਹੱਸਵਾਦੀ ਕਵੀ ਹੈ। ਉਹਨਾਂ ਦਾ ਰਹੱਸਵਾਦ ਹੈ ਜਿਹੜਾ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ, ਉਹ ਗੁਰਮਤ ਤੋਂ ਪ੍ਰੇਰਿਤ ਹੈ, ਮਤਲਬ ਗੁਰਬਾਣੀ ਤੋਂ। ਗੁਰਮਤ ਮਤਲਬ ਗੁਰਬਾਣੀ, ਸਾਡੇ ਗੁਰੂਆਂ ਦੀ ਰਚੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਉਹਦੇ ਤੋਂ ਪ੍ਰੇਰਿਤ ਹੈ। ਪਰ
ਪ੍ਰੋਫੈਸਰ ਪੂਰਨ ਸਿੰਘ ਜੀ ਦਾ ਰਹੱਸਵਾਦ ਹੈ ਜਿਹੜਾ ਉਹ ਗੁਰਮਤ ਦੇ ਉੱਪਰ ਹੀ ਆਧਾਰਿਤ ਹੈ। ਗੁਰਮਤ ਆਧਾਰਿਤ ਤੇ ਗੁਰਮਤ ਪ੍ਰੇਰਿਤ ਦੋਨਾਂ ਤੋਂ ਫਰਕ ਹੈ। ਭਾਈ ਵੀਰ ਸਿੰਘ ਜੀ ਦਾ ਸਿਧਾਂਤ ਹੈ ਜਿਹੜਾ ਰਹੱਸਵਾਦੀ ਸਿਧਾਂਤ, ਉਹ ਗੁਰਮਤ ਤੋਂ ਪ੍ਰੇਰਿਤ ਹੈ, ਪਰ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਗੁਰਮਤ ਦੇ ਉੱਪਰ ਆਧਾਰਿਤ ਹੈ। ਦੋਨਾਂ ਦਾ ਫਰਕ ਹੈ, ਧਿਆਨ ਰੱਖਿਓ। ਵਰਡਸਵਰਥ ਜਿਹੜਾ ਉਹਦੇ ਵਾਂਗ ਸੱਭਿਆਚਾਰ ਤੇ ਸਮਾਜ ਦੀਆਂ ਪਾਬੰਦੀਆਂ ਤਿਆਗ ਕਰਕੇ ਪ੍ਰਕਿਰਤੀ ਦੇ ਵਿੱਚ ਖੁੱਲ੍ਹ ਦੀ ਪਲਾਇਨ ਕਰਨ ਦੀ ਆਦਮ ਇੱਛਾ ਇਜ਼ਹਾਰ ਕਰਦਾ ਹੈ। ਪ੍ਰੋਫੈਸਰ ਪੂਰਨ ਸਿੰਘ ਆਦਮ ਇੱਛਾ ਰੱਖਦਾ ਹੈ ਵੀ ਪ੍ਰਕਿਰਤੀ ਦੇ ਵਿੱਚ ਖੁੱਲ੍ਹ ਹੋਵੇ ਮੈਨੂੰ ਇਸ ਚੀਜ਼ ਦੀ, ਹੈ ਨਾ। ਸਤਿੰਦਰ ਸਿੰਘ ਨੂਰ ਪ੍ਰਸਿੱਧ ਜਿਹੜਾ ਹੋਇਆ ਲੇਖਕ ਸਤਿੰਦਰ ਸਿੰਘ ਨੂਰ, ਉਹਨੇ ਕੀ ਕਿਹਾ? ਉਹ ਕਹਿੰਦਾ ਵੀ ਖੁੱਲ੍ਹੇ ਮੈਦਾਨ ਜਿਹੜੀ ਕਵਿਤਾ ਸੰਗ੍ਰਹਿ ਹੈ ਉਹਦੇ ਵਿੱਚ ਸੱਭਿਆਚਾਰਕ ਚਿੰਨ੍ਹਾਂ ਨੂੰ ਵਿਸਤ੍ਰਿਤ ਸੰਸਾਰ ਦੇ ਤੌਰ 'ਤੇ ਸਿਰਜ ਦਿੰਦਾ ਹੈ। ਇਹ ਸੱਭਿਆਚਾਰਕ ਚਿੰਨ੍ਹ ਜਿਸ ਖੁੱਲ੍ਹ ਦਾ ਸੰਦੇਸ਼ ਦਿੰਦੇ ਹਨ ਉਹ ਕੋਈ ਬੇਮੁਹਾਰ ਖੁੱਲ੍ਹ ਨਹੀਂ, ਸਗੋਂ ਇਹ ਖੁੱਲ੍ਹ ਵਿੱਚ ਉਸ ਸੱਭਿਆਚਾਰਕ ਆਜ਼ਾਦੀ ਦਾ ਐਲਾਨਨਾਮਾ ਹੈ ਜਿਸ ਨੂੰ ਅੰਗਰੇਜ਼ੀ ਸੱਭਿਆਚਾਰ ਕੁਚਲ ਰਿਹਾ ਸੀ। ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਸਮਿਆਂ ਦੇ ਵਿੱਚ ਰਚਨਾਵਾਂ ਕਰ ਰਿਹਾ ਜਦੋਂ ਅੰਗਰੇਜ਼ਾਂ ਦਾ ਸੱਭਿਆਚਾਰ ਜ਼ੋਰਾਂ 'ਤੇ, ਅੰਗਰੇਜ਼ ਆਪਣੀਆਂ ਕਵਿਤਾਵਾਂ ਕਹਾਣੀਆਂ ਜ਼ੋਰਾਂ 'ਤੇ ਰਚ ਰਹੇ ਆ। ਅੰਗਰੇਜ਼ ਲੋਕ ਆਪਣਾ ਜਿਹੜਾ ਮਤਲਬ ਕੀ ਹੈ, ਜਿਹੜਾ ਸਾਹਿਤ ਲਿਟਰੇਚਰ ਹੈ ਜਿਹੜਾ ਲੋਕਾਂ ਦੇ ਵਿੱਚ ਕਿੰਨੇ ਜ਼ੋਰ ਜ਼ਬਰਦਸਤੀ ਨਾਲ ਫੈਲਾ ਰਹੇ ਸੀਗੇ, ਉਦੋਂ ਰਚ ਰਿਹਾ। ਉਹਦੇ ਪ੍ਰਥਾਏ ਸਤਿੰਦਰ ਸਿੰਘ ਨੂਰ ਨੇ ਕਿਹਾ ਵੀ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ ਹੈ। ਸੱਭਿਆਚਾਰ ਦੇ ਵਿੱਚ ਜਿਹੜੀ ਖੁੱਲ੍ਹ ਇਹਨੇ ਭਾਲੀ ਹੈ ਪ੍ਰੋਫੈਸਰ ਪੂਰਨ ਸਿੰਘ ਨੇ, ਉਹ ਖੁੱਲ੍ਹ ਕੋਈ ਬੇਮੁਹਾਰੀ ਨਹੀਂ ਹੈ। ਇਸ ਤਰ੍ਹਾਂ ਨਹੀਂ ਕਿ ਵੀ ਉਸ ਖੁੱਲ੍ਹ 'ਤੇ ਕੋਈ ਲਗਾਮ ਨਹੀਂ, ਵੀ ਪ੍ਰੋਫੈਸਰ ਪੂਰਨ ਸਿੰਘ ਦੇ ਵਿਚਾਰ ਬੇਲਗਾਮੇ ਹੀ ਤੁਰੇ ਫਿਰਦੇ ਆ, ਨਹੀਂ। ਲਗਾਮ ਹੁੰਦੀ ਹੈ, ਮਤਲਬ ਕੀ ਹੈ, ਕੰਟਰੋਲ ਦੇ ਵਿੱਚ। ਤੇ ਬੇਲਗਾਮੀ ਜਾਂ ਬੇਮੁਹਾਰ, ਮੁਹਾਰ ਦਾ ਮਤਲਬ ਹੁੰਦਾ ਲਗਾਮ। ਡਾਚੀ ਵਾਲਿਆ ਮੋੜ ਡਾਚੀ ਦੀ ਮੁਹਾਰ ਵੇ, ਡਾਚੀ ਮਤਲਬ ਊਂਟਣੀ, ਊਂਟਣੀ ਵਾਲਿਆ ਤੂੰ ਊਂਟਣੀ ਦੀ ਲਗਾਮ ਮੋੜ। ਮੁਹਾਰ ਦਾ ਮਤਲਬ ਦੱਸਣ ਵਾਸਤੇ ਐਡਾ ਇੱਕ ਲਾਈਨ ਬੋਲਣੀ ਪੈ ਗਈ ਮੈਨੂੰ। ਹਾਂ, ਸਗੋਂ ਇਹ ਖੁੱਲ੍ਹ ਉਸ ਸੱਭਿਆਚਾਰਕ ਆਜ਼ਾਦੀ ਦਾ ਐਲਾਨਨਾਮਾ ਹੈ ਜਿਸ ਨੂੰ ਅੰਗਰੇਜ਼ੀ ਸੱਭਿਆਚਾਰ ਕੁਚਲ ਰਿਹਾ ਸੀ। ਇਹਦੇ ਵਿੱਚੋਂ ਕੋਈ ਵੀ ਗੱਲ ਪੁੱਛ ਲਵੇ, ਜਿਵੇਂ ਐਵੇਂ ਹੀ ਕਹਦੇ ਵੀ ਪ੍ਰੋਫੈਸਰ ਪੂਰਨ ਸਿੰਘ ਦੀ ਖੁੱਲ੍ਹ ਸੱਭਿਆਚਾਰਕ ਆਜ਼ਾਦੀ ਦਾ ਐਲਾਨਨਾਮਾ ਹੈ ਜਿਸ ਨੂੰ ਅੰਗਰੇਜ਼ੀ ਸੱਭਿਆਚਾਰ ਕੁਚਲ ਰਿਹਾ ਸੀ, ਇੰਨੀ ਗੱਲ ਹੀ ਲਿਖ ਕੇ ਪੁੱਛ ਲੇ ਵੀ ਇਹ ਗੱਲ ਕਿਹਨੇ ਕਹੀ ਹੈ? ਸਤਿੰਦਰ ਸਿੰਘ ਨੂਰ ਨੇ। ਖੁੱਲ੍ਹੇ ਘੁੰਡ ਜਿਹੜੀ ਕਵਿਤਾ ਕਾਵ ਸੰਗ੍ਰਹਿ ਬੌਧਿਕ ਕਵਿਤਾ ਸ਼ੈਲੀ ਨੂੰ ਅਪਣਾਇਆ। ਮੈਂ ਦੇ ਸੰਕਲਪ ਨੂੰ ਐ ਪਲੱਸ ਮੈਂ ਦੇ ਰੂਪ ਵਿੱਚ ਪੇਸ਼ ਕੀਤਾ। ਮੈਂ ਦਾ ਸੰਕਲਪ ਜਿਹੜਾ ਸੀਗਾ ਉਸ ਨੂੰ ਐ ਤੇ ਮੈਂ ਅਮੈ ਰੂਪ ਵਿੱਚ ਪੇਸ਼ ਕੀਤਾ। ਮੈਂ ਨੂੰ ਅਮੈ ਰੂਪ ਵਿੱਚ ਕਿਹੜੀ ਕਾਵ ਸੰਗ੍ਰਹਿ ਵਿੱਚ ਪੇਸ਼ ਕੀਤਾ? ਖੁੱਲ੍ਹੇ ਘੁੰਡ ਬੌਧਿਕ ਕਵਿਤਾ ਸ਼ੈਲੀ ਨੂੰ ਅਪਣਾਇਆ। ਲਓ ਜੀ, ਪ੍ਰੋਫੈਸਰ ਪੂਰਨ ਸਿੰਘ ਜਿਹੜਾ ਉਹ ਆਪਣਾ ਇੱਥੇ ਖਤਮ। ਹੁਣ ਰਹਿ ਗਿਆ ਇਕੱਲਾ BA ਵਾਲਾ, ਉਹਦੀ ਜਮਾਤ ਤੁਹਾਨੂੰ ਜਲਦੀ ਮਿਲ ਜੂਗੀ ਜੀ। ਅਤੇ ਜਲਦੀ ਆਪਾਂ ਮਿਲਦੇ ਹਾਂ ਅਗਲੀ ਜਮਾਤ ਦੇ ਵਿੱਚ ਵੀ ਪ੍ਰੋਫੈਸਰ ਪੂਰਨ ਸਿੰਘ ਹੀ ਪੜ੍ਹਾਂਗੇ। ਉਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਲਾਲਾ ਧਨੀ ਰਾਮ ਚਾਤਰਕ ਨੂੰ। ਮਿਲਦੇ ਹਾਂ ਜੀ, ਸਤਿ ਸ੍ਰੀ ਅਕਾਲ।